Hello students, today our topic is registers in series and parallel. Students ਅੱਜ ਆਪਾਂ ਕਰਨ ਜਾ ਰਹੇ ਹਾਂ ਸੀਰੀਜ਼ ਤੇ ਪੈਰਲਲ ਸਰਕਟ ਬਾਰੇ। ਅੱਜ ਆਪਾਂ ਸਟੱਡੀ ਕਰਨ ਜਾ ਰਹੇ ਹਾਂ। ਤੁਸੀਂ ਦੇਖੋਗੇ ਕਿ ਅਗਰ ਆਪਾਂ ਰਜਿਸਟਰਸ ਨੂੰ ਸੀਰੀਜ਼ ਚਲਾਈਏ ਤੇ ਉਹਦਾ ਕੀ ਇਫੈਕਟ ਆਉਂਦਾ ਤੇ ਰਿਜ਼ਲਟੈਂਟ ਰਜਿਸਟੈਂਸ ਕੀ ਨਿਕਲਦਾ ਹੈਗਾ। ਅਗਰ ਆਪਾਂ ਰਜਿਸਟਰ ਨੂੰ ਪੈਰਲਲ ਚਲਾਈਏ ਤੇ ਉਹਦਾ ਇਕੁਇਵਲੈਂਟ ਰਜਿਸਟੈਂਸ ਕਿੰਨਾ ਨਿਕਲਦਾ ਹੈਗਾ, ਉਹ ਆਪਾਂ ਅੱਜ ਸਟੱਡੀ ਕਰਨ ਜਾ ਰਹੇ ਹੈਗੇ ਆ। Registers in series. When two or more registers are connected end to end, they are said to be in series. The register could be simple registers or bulb or heating elements or other devices. The three registers R1, R2 and R3 connected in series. The amount of charge passing through resistor R1 must also pass through resistor R2 and R3 since the charge cannot accumulate anywhere in the circuit. ਤੁਹਾਡੇ ਸਾਹਮਣੇ ਡੈਫੀਨੇਸ਼ਨਸ ਲਿਖੀ ਹੋਈ ਆ ਰਜਿਸਟਰਸ ਇਨ ਸੀਰੀਜ਼ ਦੀ। ਇਹਦੇ ਵਿੱਚ ਦੱਸਿਆ ਹੋਇਆ ਕਿ ਜਦੋਂ ਆਪਾਂ ਦੋ ਜਾਂ ਉਸ ਤੋਂ ਜ਼ਿਆਦਾ ਰਜਿਸਟਰ ਨੂੰ ਕਨੈਕਟ ਕਰਦੇ ਆ, ਉਹਦੇ ਐਂਡ ਟੂ ਐਂਡ ਕਨੈਕਟ ਕਰਦੇ ਆ, ਅਤੇ ਉਹ ਚੀਜ਼ਾਂ ਨੂੰ ਆਪਾਂ ਕੀ ਕਹਿੰਦੇ ਆ, ਰਜਿਸਟਰਸ ਇਨ ਸੀਰੀਜ਼ ਕਹਿੰਦੇ ਹੈਗੇ ਆ। ਆਪਾਂ ਰਜਿਸਟਰ ਦੀ ਜਗ੍ਹਾ ਸਿੰਪਲ ਆਪਾਂ ਰਜਿਸਟਰ ਵੀ ਲਗਾ ਸਕਦੇ ਹੈਗੇ, ਜਾਂ ਬੱਲਬ ਵੀ ਲਗਾ ਸਕਦੇ, ਜਾਂ ਹੀਲੀਮੈਂਟ ਵੀ ਲਗਾ ਸਕਦੇ, ਹੀਟਿੰਗ ਐਲੀਮੈਂਟ ਵੀ ਲਗਾ ਸਕਦੇ ਹੈਗੇ। ਜਿਹੜਾ ਬੱਲਬ ਹੁੰਦਾ ਆ ਉਹਦੀ ਵੀ ਰਜਿਸਟੀਵਿਟੀ ਕਾਫੀ ਹਾਈ ਹੁੰਦੀ ਆ, ਇਸ ਲਈ ਆਪਾਂ ਰਜਿਸਟਰ ਦੀ ਜਗ੍ਹਾ ਬੱਲਬ ਦਾ ਵੀ ਯੂਜ਼ ਕਰ ਸਕਦੇ ਹੈਗੇ ਆ। ਅਤੇ R1 R2 ਆਪਾਂ R3 ਕੀ ਆ, ਤਿੰਨ ਰਜਿਸਟਰ ਕੀ ਆ ਸੀਰੀਜ਼ 'ਚ ਕਨੈਕਟ ਕੀਤੇ ਹੈਗੇ ਆ। ਅਤੇ ਅਗਲੇ ਪੁਆਇੰਟ 'ਚ ਲਿਖਿਆ ਕਿ ਜਿਹੜਾ ਚਾਰਜ R1 ਤੋਂ ਪਾਸ ਹੋ ਰਿਹਾ ਹੈ ਉਹ R2 ਕੋ ਵੀ ਜਾਊਂਗਾ ਅਤੇ R3 ਕੋ ਵੀ ਜਾਊਂਗਾ। This is the circuit diagram of three resistors in series. As you clearly seen that R1, R2, R3 are connected in series and voltage V is supplied to the circuit. In this circuit you can clearly see that I current flows among all three resistors. That is, I mean to say, in R1 resistor, R2 resistor and R3 the current are same but the voltage are different. ਇੱਥੇ ਤੁਸੀਂ ਹੁਣ ਇੱਕ ਪੁਆਇੰਟ ਨੋਟ ਕਰਨਾ। ਹੁਣ ਮੈਂ ਦੁਬਾਰਾ ਤੋਂ ਬੋਲਣ ਜਾ ਰਿਹਾ। ਪੁਆਇੰਟ ਕਿਹੜਾ ਹੈਗਾ ਕਿ ਰਜਿਸਟਰ ਇਨ ਸੀਰੀਜ਼ ਦੇ ਵਿੱਚ ਕਰੰਟ ਸੇਮ ਰਹਿੰਦਾ ਹੈਗਾ, ਬਟ ਵੋਲਟੇਜ ਜਿਹੜੀ ਆ ਉਹ ਕੀ ਆ, ਚੇਂਜ ਹੁੰਦੀ ਰਹਿੰਦੀ ਹੈਗੀ ਆ। ਇਸ ਲਈ ਤੁਸੀਂ ਜਦੋਂ ਵੀ ਰਜਿਸਟਰਸ ਇਨ ਸੀਰੀਜ਼ ਦੇ ਕੁਐਸਚਨ ਕਰਨੇ ਹੈਗੇ, ਉਹਦੇ ਵਿੱਚ ਕੀ ਆ, ਕਰੰਟ ਦੀ ਵੈਲਿਊ ਅਗਰ ਆਪਾਂ ਨੂੰ ਗਿਵਨ ਹੋਵੇ ਤਾਂ ਥਰੂ ਆਊਟ ਆਪਾਂ ਕਰੰਟ ਦੀ ਵੈਲਿਊ ਸੇਮ ਹੀ ਆਉਣੀ ਹੈਗੀ ਆ, ਬਟ ਜਿਹੜੀ ਵੋਲਟੇਜ ਵੈਲਿਊ ਆ ਉਹ ਚੇਂਜ ਹੁੰਦੀ ਰਹਿੰਦੀ ਆ। ਜਿੱਦਾਂ ਕਿ ਤਾਂ ਸ਼ੋਅ ਕੀਤਾ ਹੈ V1 V2 ਅਤੇ V3 ਕੀ ਆ, ਹਰ ਰਜਿਸਟੈਂਸ ਦੇ ਅਕਰੋਸ ਕੀ ਆ ਵੋਲਟੇਜ ਅਲੱਗ ਅਲੱਗ ਹੈਗੀ ਆ। ਇਕੁਅਲੈਂਟ ਰਜਿਸਟੈਂਸ ਇਹਦੇ ਵਿੱਚ ਕੀ ਆ ਗਿਆ, RS ਨੂੰ ਆਪਾਂ ਇਕੁਅਲੈਂਟ ਰਜਿਸਟਰ ਲਾਤਾ। RS ਦੀ ਵੈਲਿਊ ਕੀ ਹੋਊਗੀ ਅੱਗੇ ਸ਼ੋਅ ਆਪਾਂ ਕਰਨ ਜਾਵਾਂਗੇ। ਇੱਕ ਹੋਰ ਦੀ ਦੇਖ ਲਓ ਕਿ ਰਜਿਸਟਰਸ ਇਨ ਸੀਰੀਜ਼ ਐਕਚੁਅਲ ਫੋਟੋ ਕੀ ਹੁੰਦੀ ਹੈ। ਮੰਨ ਲਓ ਕਿ ਇੱਕ ਆਪਾਂ ਜਿਹੜੀ ਵੋਲਟੇਜ ਸੀ ਉਹਦੀ ਜਗ੍ਹਾ ਬੈਟਰੀ ਲਾਤੀ, ਮੰਨ ਲਓ ਐਨੀ ਵੋਲਟੇਜ ਲਾਤੀ 10-12 ਵੋਲਟ ਜਿੰਨੀ ਵੀ ਤੁਸੀਂ ਲਾਣੀ ਚਾਹੁੰਦੇ ਆ, ਬੈਟਰੀ ਲਾਤੀ। ਰਜਿਸਟਰਸ 1 ਦੀ ਵੈਲਿਊ ਕਿੰਨੀ ਲੈ ਲਈ, 1 ਓਮ ਲੈ ਲਈ। 2 ਦੀ ਵੈਲਿਊ ਕਿੰਨੀ ਲੈ ਲਈ, 2 ਓਮ ਲੈ ਲਈ। 3 ਦੀ ਵੈਲਿਊ ਕੀ ਲੈ ਲਈ, 3 ਓਮ ਲੈ ਲਈ ਆਪਾਂ। ਆਹ ਜਿਹੜੇ ਤੁਸੀਂ ਪਿਕਚਰ ਦੇਖ ਰਹੇ ਆ ਰਜਿਸਟਰ ਐਕਚੁਅਲ ਫੋਟੋ ਹੈਗੀ ਆ ਆਪਣੇ ਰਜਿਸਟਰ ਦੀ। Due to this reason, the current I passing through all three resistors is same according to Ohm's law. अगर बाय Ohm's law kita piche भी, if same current pass through different resistors of different values, then potential difference across each resistor must be different. Let V1, V2 and V3 be the potential difference across each of the resistors R1, R2 and R3 respectively. Then we can write V1 is equal to IR1, V2 is equal to IR2 and V3 is equal to IR3. But the total voltage V is equal to the sum of voltage across each resistor. ਜਿੱਦਾਂ ਕਿ ਆਪਾਂ ਨੂੰ ਓਮਸ ਲਾ ਪਤਾ ਆ। ਹੁਣ ਮੰਨ ਲਓ ਕਿ ਵੋਲਟੇਜ ਸੀ V ਸੀ, ਬੈਟਰੀ ਲੱਗੀ ਹੋਈ ਸੀ V ਲੱਗੀ, ਜਿੱਦਾਂ ਦੇਖੋ
ਆ ਬੈਟਰੀ V ਲੱਗੀ ਹੋਈ ਹੈਗੀ ਆ। ਹੁਣ V ਦੀ ਆ V ਹੁਣ ਕਿਹਦੇ ਬਰਾਬਰ ਹੈਗੀ ਹੈ V1 + V2 + V3, ਕਿਉਂਕਿ ਜਿਹੜੀ V ਵੋਲਟੇਜ ਸਪੋਜ਼ ਕਰੋ 12 ਵੋਲਟ ਆ, R1 ਦੇ ਕਰੋਸ ਚੱਲ ਗਈ 3 ਚੱਲ ਗਈ, R2 ਦੇ ਕਰੋਸ ਚੱਲ ਗਈ 6 ਚੱਲ ਗਈ, V3 ਦੇ R3 ਦੇ ਕਰੋਸ ਕਿੰਨੀ ਚੱਲ ਗਈ ਫਿਰ 3 ਚੱਲ ਗਈ, ਮਤਲਬ ਟੋਟਲ ਵੋਲਟੇਜ ਤਾਂ 12 ਹੀ ਰਹਿਣੀ ਨਾ। ਇਸ ਕਰਕੇ V ਕੀ ਹੋ ਗਿਆ V = V1 + V2 + V3। ਹੁਣ ਆਪਾਂ ਓਮਸ ਲਾ ਪੜ੍ਹਿਆ, ਓਮਸ ਲਾ ਦੇ ਵਿੱਚ ਕੀ ਹੁੰਦਾ V = IR। ਹੁਣ ਇੱਥੇ ਆਪਾਂ ਕੀ ਕਰੰਟ ਸੇਮ ਆ I ਆਪਾਂ ਉਹੀ ਰੱਖਣਾ ਹੈਗਾ, ਲੇਕਿਨ V1 ਕਿਹਦੇ ਕਰੋਸ ਵੋਲਟ ਸੀ R1 ਦੇ, ਇਸ ਕਰਕੇ ਆ ਗਿਆ IR1 + IR2 + IR3। ਇਹਦੇ ਵਿੱਚ ਆਪਾਂ ਕੀ ਕਰਨਾ I ਜਿਹੜਾ ਆ ਉਹ ਕੋਮਨ ਕੱਢ ਲੈਣਾ ਹੈਗਾ, ਅਤੇ ਬਾਕੀ R1 + R2 + R3 ਆਪਾਂ ਕੀ ਹੈ ਐਜ਼ ਇਟ ਇਜ਼ ਲਿਖ ਦੇਣਾ ਬਰੈਕਟ ਦੇ ਵਿੱਚ। ਅਤੇ V = ਰਿਜ਼ਲਟ ਕੀ ਹੈ ਨਾ V = I × RS। ਅਤੇ RS ਜਿਹੜਾ ਹੈਗਾ ਹੈ ਇਕੁਇਲੈਂਟ ਰਜਿਸਟੈਂਸ ਆ ਗਿਆ, ਅਤੇ RS ਦੀ ਵੈਲਿਊ ਕਿੰਨੀ ਆ ਗਈ R1 + R2 + R3। ਇਸ ਕਰਕੇ ਵੈਨ ਸੈਵਰਲ ਰਜਿਸਟੈਂਸਿਸ ਆਰ ਕਨੈਕਟਡ ਇਨ ਸੀਰੀਜ਼ ਦਾ ਟੋਟਲ ਔਰ ਇਕੁਇਲੈਂਟ ਰਜਿਸਟੈਂਸ ਇਜ਼ ਦਾ ਸਮ ਆਫ ਦਾ ਇੰਡੀਵਿਜੂਅਲ ਰਜਿਸਟੈਂਸਿਸ। ਹੁਣ ਐਗਜ਼ਾਮਪਲ 2 ਲੈ ਲਓ, ਠੀਕ ਆ। ਇਹਦੇ ਵਿੱਚ ਆਪਾਂ ਕੀ ਨੂਮੈਰੀਕਲ ਵੀ ਕਰਕੇ ਦੇਖਾਂਗੇ ਕਿ ਨੂਮੈਰੀਕਲ ਦੇ ਅਕੋਰਡਿੰਗ ਕੀ ਹੋਣਾ ਚਾਹੀਦਾ ਹੈਗਾ ਆ। ਹੁਣ ਤੁਸੀਂ ਨੋਟ ਕਰ ਲਓ, ਐਗਜ਼ਾਮਪਲ ਹੈਗੀ ਹੈ ਕੈਲਕੂਲੇਟ ਦਾ ਇਕੁਅਲ ਰਜਿਸਟੈਂਸ ਫੋਰ ਦਾ ਸਰਕਿਟ ਵਿਚ ਇਜ਼ ਕਨੈਕਟਡ ਟੂ 24 ਵੋਲਟ ਬੈਟਰੀ ਐਂਡ ਆਲਸੋ ਫਾਈਂਡ ਦਾ ਪੋਟੈਂਸ਼ੀਅਲ ਡਿਫਰੈਂਸ ਅਕਰੋਸ 4 Ohm and 6 Ohm ਰਜਿਸਟਰ ਇਨ ਦਾ ਸਰਕਿਟ। ਤੁਹਾਨੂੰ ਮੈਂ 1 ਮਿੰਟ ਦਾ ਟਾਈਮ ਦੇ ਰਿਹਾ, ਤੁਸੀਂ ਨੋਟ ਕਰ ਲਓ। ਆਈ ਹੋਪ ਤੁਸੀਂ ਨੂਮੈਰੀਕਲ ਨੋਟ ਡਾਊਨ ਕਰ ਲਿਆ ਹੋਣਾ ਅਤੇ ਫਿਗਰ ਵੀ ਨੋਟ ਕਰ ਲਈ ਹੋਣੀ। ਹੁਣ ਆਪਾਂ ਇਹਦਾ ਆਨਸਰ ਦੇਖਦੇ ਹਾਂ। ਸੋਲਿਊਸ਼ਨ ਕੀ ਹੈਗਾ ਆ, ਰਜਿਸਟੈਂਸ ਕੀ ਆ ਸੀਰੀਜ਼ 'ਚ ਲੱਗਾ, ਅਤੇ ਦੇਖੋ ਰਜਿਸਟੈਂਸ ਸੀਰੀਜ਼ 'ਚ ਲੱਗਾ, ਇਸ ਕਰਕੇ ਇਹਨੂੰ ਆਪਾਂ ਐਡ ਕਰ ਦੇਣਾ 4 + 6 Ohm = ਕਿੰਨਾ ਆ ਗਿਆ 10 Ohm ਆ ਗਿਆ। ਅਤੇ ਹੁਣ ਆਪਾਂ ਕਰੰਟ ਦੀ ਵੈਲਿਊ ਕਰਨੀ, ਕਰੰਟ ਦੀ ਵੈਲਿਊ ਕੀ ਇਹਦਾ ਫਾਰਮੂਲਾ ਕੀ I = V/R ਇਕੁਇਲੈਂਟ, ਠੀਕ ਹੈ ਜੀ। V ਦੀ ਵੈਲਿਊ ਕਿੰਨੀ ਦਿੱਤੀ ਹੈ 24, R ਇਕੁਇਲੈਂਟ ਦੀ ਵੈਲਿਊ ਕਿੰਨੀ ਆ ਗਈ 10 ਆ ਗਈ, ਇਸ ਕਰਕੇ ਕਰੰਟ ਦੀ ਵੈਲਿਊ ਕਿੰਨੀ ਆ ਗਈ 2.4 ਐਂਪੀਅਰ ਆ ਗਈ। ਵੋਲਟੇਜ ਹੁਣ ਆਪਾਂ ਕੱਢਣੀ ਆ ਅਲੱਗ ਅਲੱਗ ਕਰੋਸ ਕੱਢਣੀ ਆ, ਕਰੋਸ V1 R1 ਅਤੇ R2 ਦੇ ਕਰੋਸ ਕੱਢਣੀ ਆ, ਅਤੇ ਇਹਦੀ ਵੈਲਿਊ ਕਿੰਨੀ ਆ ਜਾਣੀ I × R1। I ਦਾ ਆਪਣਾ ਵੈਲਿਊ ਆ ਗਈ 2.4 ਐਂਪੀਅਰ, R1 ਦੀ ਵੈਲਿਊ ਆਪਾਂ ਨੂੰ ਗਿਵਨ ਆ, ਇਸ ਕਰਕੇ I1 ਦੇ ਕਰੋਸ ਕਿੰਨੀ ਆ ਗਈ 9.6, V2 ਦੇ R2 ਦੇ ਕਰੋਸ ਕਿੰਨੀ ਆ ਗਈ 14.4। ਜਿੱਥੇ ਮੈਂ R1 ਲਿਖਿਆ ਹੋਇਆ ਨੀਚੇ ਵੀ ਆਪਾਂ ਉੱਥੇ R2 ਲਿਖ ਲਿਓ ਤੁਸੀਂ। ਅਤੇ ਹੁਣ ਤੁਸੀਂ ਜਦੋਂ ਇਹਨੂੰ ਐਡ ਕਰੋਗੇ ਵੋਲਟੇਜ ਇਸ ਨੂੰ 9.6 + 14.4 ਵੋਲਟ, ਇਹਦਾ ਐਡ ਕਰੋਗੇ ਤਾਂ ਕਿੰਨੀ ਆ ਜਾਊਗੀ ਆਪਣੇ ਕੋਲ 24 ਵੋਲਟ। 1 ਮਿੰਟ ਤੁਹਾਨੂੰ ਦੇ ਰਿਹਾ, ਤੁਸੀਂ ਨੋਟ ਕਰ ਲਓ ਇਹਦਾ ਸੋਲਿਊਸ਼ਨ। ਆਈ ਹੋਪ ਤੁਸੀਂ ਨੋਟ ਡਾਊਨ ਕਰ ਲਿਆ ਹੋਊਗਾ। ਹੁਣ ਆਪਾਂ ਅਗਲਾ ਟੋਪਿਕ ਵੱਲ ਚੱਲਦੇ ਹਾਂ, ਜਿਹੜਾ ਸੀਗਾ ਰਜਿਸਟਰਸ ਇਨ ਪੈਰਲਲ। Resistors are in parallel when they are connected across the same potential differences.
In this case, the total current I that leaves the battery is split into three separate parts. Let I1, I2 and I3 be current through the resistors R1, R2 and R3 respectively. Due to the conservation of charge, total current in circuit I is equal to sum of currents through each of the three resistors. ਹੁਣ ਇਹਦੇ ਵਿੱਚ ਕੀ ਦੱਸ ਰਿਹਾ ਹੈਗਾ ਹੈ ਕਿ ਜਿਹੜਾ ਰਜਿਸਟਰ ਪੈਰਲਲ ਵਿੱਚ ਕੀ ਹੁੰਦਾ ਵੈਨ ਦੇ ਆਰ ਕਨੈਕਟਡ ਅਕਰੋਸ ਸੇਮ ਪੋਟੈਂਸ਼ੀਅਲ ਡਿਫਰੈਂਸ ਮਤਲਬ ਕਿ ਇੱਕੋ ਹੀ ਵੋਲਟੇਜ ਦੇ ਕਰੋਸ ਆਪਾਂ ਕਨੈਕਟ ਕਰਾਂਗੇ ਅਤੇ ਇਹਨਾਂ ਦੇ ਵਿੱਚ ਕੀ ਆ ਵੋਲਟੇਜ ਸੇਮ ਰਹਿੰਦੀ ਹੈਗੀ ਆ ਬਟ ਜਿਹੜਾ ਕਰੰਟ ਆ ਜਿਹੜਾ ਆਪਾਂ ਲੀਵ ਕਰਦੇ ਹੈਗੇ ਜਾਂ ਲੀਵ ਕਰਦਾ ਹੈਗਾ ਉਹ ਕੀ ਆ 3 ਪਾਰਟਸ ਦੇ ਵਿੱਚ ਡਿਵਾਈਡ ਹੋ ਜਾਂਦਾ ਉਹਨੂੰ ਆਪਾਂ ਕਹਿੰਦੇ I1 I2 ਜਾਂ I3 ਨੈਕਸਟ ਵਿੱਚ ਆਪਾਂ ਕੀ ਆ ਫੋਟੋ ਦੇਖ ਸਕਦੇ ਇਹਦੀ ਜਿੱਦਾਂ ਕਿ ਵੋਲਟੇਜ ਤਾਂ ਸੇਮ ਹੈ ਇਹਦੇ ਵਿੱਚ R1 ਆਹ ਹੁਣ ਕਨੈਕਸ਼ਨ ਨੂੰ ਆਪਾਂ ਕੀ ਕਹਿੰਦੇ ਆ 3 ਰਜਿਸਟੈਂਸ ਇਨ ਪੈਰਲਲ 'ਚ ਆਪਾਂ ਕਹਿ ਸਕਦੇ 3 ਰਜਿਸਟਰ ਲਾਏ ਆ ਪੈਰਲਲ ਦੇ ਵਿੱਚ ਲਾਏ ਹੈਗੇ ਆ ਅਤੇ R1 R2 R3 ਕੀ ਇਹਦੀ ਹੈਗੀ ਆ ਰਜਿਸਟੈਂਸਿਸ ਹੈਗੀ ਆ ਅਤੇ ਜਿਹੜਾ ਕਰੰਟ ਆ I ਉਹ ਖਿੱਚ ਕੀ ਆ 3 ਪਾਰਟਸ ਡਿਵਾਈਡ ਹੋ ਜਾਂਦਾ I1 I2 ਅਤੇ I3 ਦੇ ਵਿੱਚ ਕੀ ਆ ਡਿਵਾਈਡ ਹੋ ਜਾਂਦਾ ਹੈਗਾ ਇਕੁਅਲੈਂਟ ਕਿੰਨਾ ਆਇਆ ਨਾ RP ਠੀਕ ਆ ਜੀ ਇਹ ਇਹਦਾ ਇਕੁਅਲੈਂਟ ਸਰਕਿਟ ਆ ਗਿਆ ਇਹਦਾ ਐਕਚੁਅਲ ਫੋਟੋ ਆ ਗਈ ਹੈ ਆ ਇਹਦਾ ਆਨਸਰ ਆਏ ਨਾ ਕਿ ਕਰੰਟ ਕਿੰਨਾ I1 ਇਜ਼ੀਕਲ ਟੂ I ਕਿੰਨਾ ਕਰੰਟ ਕਿਹਦੇ ਬਰਾਬਰ ਸੀਗਾ I1 I2 I3 ਜਿੱਦਾਂ ਕਿ ਆਹ ਸਰਕਿਟ ਡਾਇਗਰਾਮ ਦੀ ਦੇ ਸਕਦੇ ਆ ਜਿਹੜਾ ਕਰੰਟ V ਤੋਂ ਬਾਅਦ I ਜਾ ਰਿਹਾ ਹੈਗਾ ਉੱਪਰ ਜਿਹੜਾ ਐਰੋ ਬਣਿਆ ਹੋਇਆ ਉਹ ਕੀ ਆ 3 ਪਾਰਟਸ ਦੇ ਵਿੱਚ ਡਿਵਾਈਡ ਹੋ ਗਿਆ I1 I2 ਅਤੇ I3 ਇਸ ਕਰਕੇ I ਕਿਹਦੇ ਬਰਾਬਰ ਆਇਆ ਨਾ I1 + I2 + I3 ਦੇ ਬਰਾਬਰ ਆਇਆ ਨਾ I1 ਦੀ ਵੈਲਿਊ ਕੀ ਆਈ ਨਹੀਂ V/R1 I2 ਦੀ ਵੈਲਿਊ ਕੀ ਆਈ ਨਹੀਂ V/R2 I3 ਦੀ ਵੈਲਿਊ ਕੀ ਆਈ ਨਹੀਂ V/R3 ਇੱਥੇ ਆਪਾਂ ਕੀ ਆ ਓਮਸ ਲਾ ਲਾਤਾ ਓਮਸ ਲਾ ਕੀ ਹੁੰਦਾ V = IR IA ਨੂੰ ਆਪਾਂ ਇੱਕ ਪਾਸੇ ਰੱਖੀਏ ਅਤੇ V/R ਆ ਜਾਂਦਾ ਅਤੇ I1 ਦੀ ਵੈਲਿਊ ਕੀ ਹੈ ਹਰ ਰਜਿਸਟਰ ਦੇ ਕਰੋਸ ਅਲੱਗ ਆ ਜਾਣੀ ਹੈਗੀ ਹੈ ਅਤੇ ਵੋਲਟੇਜ ਸੇਮ ਇਸ ਕਰਕੇ ਇਹਦੀ ਵੈਲਿਊ ਕੀ ਰੱਖੀ ਹੈ V ਲਿਖਿਆ ਹੈਗਾ ਇਹਦੇ ਵਿੱਚ ਅਤੇ ਸਬਸਟੀਟਿਊਸ਼ਨ ਦਿਸ ਵੈਲਿਊਜ਼ ਇਨ ਇਕੁਏਸ਼ਨ I = V/R1 + V/R2 + V/R3 V ਆਪਾਂ ਕੋਮਨ ਕੱਢ ਲੈਣਾ ਹੈਗਾ ਅਤੇ V ਰਿਜ਼ਲਟ ਆਏ ਨਾ 1/R1 + 1/R2 + 1/R3 ਅਤੇ I = ਕਿਹਦੇ ਬਰਾਬਰ ਆ ਗਿਆ V/RP ਅਤੇ 1/RP ਕਿਹਦੇ ਬਰਾਬਰ ਆਏ ਨਾ ਅਗਰ ਰਜਿਸਟੈਂਸ ਪੈਰਲਲ ਦੂੰਗਾ 1/R1 + 1/R2 + 1/R3 here RP is the equivalent resistance of the parallel combination of resistors. Thus when a number of resistors are connected in parallel, the sum of the reciprocal of the value of resistance of the individual resistors is equal to the reciprocal of the effective resistance of the combination. The value of equivalent resistance in parallel connection will be lesser than each individual resistance. Household appliances are connected in parallel so that even if one is switched off, the other devices could function properly. ਇਹਦੇ ਵਿੱਚ ਦੱਸਿਆ ਗਿਆ ਹੈ ਕਿ ਜਿਹੜੇ ਹਾਊਸ ਹੋਲਡ ਦੇ ਵਿੱਚ ਜਿਹੜੇ ਕਨੈਕਸ਼ਨ ਆਪਾਂ ਕਰਦੇ ਘਰਾਂ ਦੇ ਵਿੱਚ ਕਨੈਕਸ਼ਨ ਕਰਦੇ ਜਾਂ ਆਪਾਂ ਆਪਣੇ ਕਾਲਜਾਂ ਦੇ ਵਿੱਚ ਕਨੈਕਸ਼ਨ ਕਰਦੇ ਹਾਂ ਕਿਹ 'ਚ ਕਰਦੇ ਹੈਗੇ ਪੈਰਲਲ ਦੇ ਵਿੱਚ ਕਨੈਕਸ਼ਨ ਕਰਦੇ ਹੈਗੇ ਅਗਰ ਆਪਾਂ ਜਿਹੜਾ ਵੀ ਆਪਾਂ ਸਵਿੱਚ ਔਨ ਕਰੋਗੇ ਉਹੀ ਚੀਜ਼ ਹੀ ਔਨ ਹੋਊਗੀ ਨਾ ਕਿ ਸਾਰੀਆਂ ਚੀਜ਼ਾਂ ਔਨ ਹੋ ਜਾਣਗੀਆਂ ਇਸ ਕਰਕੇ ਅਗਰ ਕੋਈ ਵੀ ਚੀਜ਼ ਇੱਕ ਵੀ ਚੀਜ਼ ਖਰਾਬ ਹੋ ਗਈ ਹੈ ਅਤੇ ਇੱਕ ਹੀ ਚੀਜ਼ ਆਪਾਂ ਰਿਪਲੇਸ ਕਰਾਂਗੇ ਨਾ ਕਿ ਆਪਾਂ ਕੀ ਹੈ ਸਾਰੀ ਸਰਕਿਟ ਨੂੰ ਰਿਪਲੇਸ ਕਰਾਂਗੇ ਸੀਰੀਜ਼ ਦੇ ਵਿੱਚ ਕੀ ਹੁੰਦਾ ਇਹ ਉਹਦੀ ਡਿਸਐਡਵਾਂਟੇਜ ਸੀਰੀਜ਼ ਦੀ ਕਿ ਅਗਰ ਕੋਈ ਚੀਜ਼ ਅਗਰ ਸਪੋਜ਼ ਕਰੋ 3 ਬੱਲਬ ਲੱਗੇ ਅਗਰ ਆਪਣਾ ਕੀ ਆ ਇੱਦਾਂ ਦੂਸਰੇ ਨੰਬਰ ਵਾਲਾ ਬੱਲਬ ਖਰਾਬ ਹੋ ਗਿਆ ਅਤੇ ਤੀਸਰੇ ਨੰਬਰ ਵਾਲਾ ਬੱਲਬ ਵੀ ਨਹੀਂ ਚੱਲਣਾ ਹੈਗਾ ਕਿਉਂਕਿ ਸਰਕਿਟ ਕੰਪਲੀਟ ਹੀ ਨਹੀਂ ਹੋਣਾ ਹੈਗਾ ਸਰਕਿਟ ਕੰਪਲੀਟ ਨਹੀਂ ਹੋਣਾ ਤਾਂ ਬੱਲਬ ਬਾਕੀ ਕੀ ਹੈ ਵਰਕ ਹੀ ਨਹੀਂ ਕਰਨਾ ਹੈਗਾ ਲੇਕਿਨ ਇਸ ਕੇਸ ਦੇ ਵਿੱਚ ਇੱਦਾਂ ਨਹੀਂ ਹੁੰਦਾ ਪੈਰਲਲ ਦੇ ਵਿੱਚ ਇਹ ਚੀਜ਼ ਹੁੰਦੀ ਆ ਕਿ ਅਗਰ ਕੋਈ ਵੀ ਚੀਜ਼ ਆਪਾਂ ਖ਼ਰਾਬ ਹੋ ਗਈ ਤਾਂ ਆਪਾਂ ਉਹਨੂੰ ਕੀ ਹੈ ਰਿਪਲੇਸ ਕਰ ਸਕਦੇ ਹਾਂ ਵਿਦਾਊਟ ਇਫੈਕਟ ਐਨੀ ਅਦਰ ਕੰਪੋਨੈਂਟ ਹਾਂ ਹੁਣ ਤੁਸੀਂ ਨੂਮੈਰੀਕਲ ਦੇਖ ਸਕਦੇ ਹਾਂ ਐਗਜ਼ਾਮਪਲ ਦੇਖ ਸਕਦੇ ਹਾਂ ਕੈਲਕੂਲੇਟ ਦਾ ਇਕੁਇਵਲੈਂਟ ਰੈਜ਼ਿਸਟੈਂਸ ਇਨ ਦਾ following circuit and also find the current I1 I1 and I2 in the given circuit 1 ਮਿੰਟ ਦੇ ਰਿਹਾ ਤੁਹਾਨੂੰ ਨੋਟ ਕਰ ਲਓ
आई होप तुसी नोट डाउन कर लिया होगा। अगे दी सोल्यूशन देखो इहदा। Since की कहता है resistances are connected in parallel, therefore the equivalent resistance in the circuit over formula आता 1 by Rp is equal to 1 by R1 plus 1 by R2 ਤੇ R1 ਦੀ ਵੈਲਿਊ ਕੀ 4, R2 ਦੀ ਵੈਲਿਊ 6 ਹੈਗੀ ਤੇ ਇਹਦਾ ਐਲਸੀਐਮ ਲੈਣਾ। ਐਲਸੀਐਮ में 12 आ गया ਤੇ ਇਹਦੀ ਵੈਲਿਊ ਟੋਟਲ ਕਿੰਨੀ ਆਈ ਨਹੀਂ ਆ 5 by 12 ਉਹ ਤੇ ਰੈਸੀਪ੍ਰੋਕਲ ਕਰਕੇ ਆਰਪੀ ਦੀ ਵੈਲਿਊ ਕਿੰਨੀ ਆਈ ਨਹੀਂ ਉਹ 12 by 5 ਆ ਜਾਣੀ ਇਹਦੀ ਵੈਲਿਊ ਆਈ ਨਹੀਂ। ਰਜਿਸਟਰਸ ਆਰ ਕਨੈਕਟਡ ਇਨ ਪੈਰਲਲ ਦਾ ਪੋਟੈਂਸ਼ੀਅਲ ਅਕਰੋਸ ਈਚ ਰਜਿਸਟਰ। ਹੁਣ ਕੀ ਆ ਰਜਿਸਟਰ ਕੀ ਹੈ ਪੈਰਲਲ 'ਚ ਕਨੈਕਟ ਕਰ ਕੀਤਾ ਹੈਗਾ। ਹੁਣ ਕੀ ਈਚ ਰਜਿਸਟਰ ਦੇ ਅਕਰੋਸ ਪੋਟੈਂਸ਼ੀਅਲ ਕੱਢਦੇ ਮਤਲਬ ਕਿ ਪੋਟੈਂਸ਼ੀਅਲ ਸੇਮ ਲੈਣਾ ਮਤਲਬ ਵੋਲਟੇਜ ਦੀ ਕੀ ਰਹਿਣੀ ਆ 24 ਵੋਲਟ ਰਹਿਣੀ ਹੈਗੀ। ਲੇਕਿਨ ਜਿਹੜਾ ਕਰੰਟ ਹੈਗਾ ਕਰੰਟ ਕੀ ਹੋਏ ਨਾ ਚੇਂਜ ਹੋਏ ਨਾ I1 ਦੀ ਵੈਲਿਊ ਕੱਢ ਦੇਣੀ V/R1 ਫਾਰਮੂਲਾ ਆਉਣਾ ਹੈਗਾ ਓਮਸ ਲਾ ਦੇ ਅਕੋਰਡਿੰਗ V/R1 ਤੇ I2 ਦੀ ਵੈਲਿਊ ਇੱਦਾਂ ਕੱਢ ਲੈਣੀ V/R2 ਤੇ V ਦੀ ਵੈਲਿਊ 24/24/6 ਕਿੰਨਾ ਆ ਗਿਆ 6 ਐਂਪੀਅਰ। I2 ਦੀ ਵੈਲਿਊ ਕਿੰਨੀ ਹੈਗੀ 4 ਐਂਪੀਅਰ ਤੇ ਦੋਨਾਂ ਦਾ ਕਰੰਟ ਨੂੰ ਆਪਾਂ ਐਡ ਕਰ ਦਈਏ I ਦੀ ਵੈਲਿਊ ਕਿੰਨੀ ਆ ਜਾਊਗੀ 10 ਐਂਪੀਅਰ। ਵੈਰੀ ਸਿੰਪਲ ਨੂਮੈਰੀਕਲ ਆ ਗਾਈਜ਼, ਇਹ ਤੁਸੀਂ ਕਰ ਸਕਦੇ ਹੈਗੇ ਈਜ਼ੀਲੀ। 1 ਮਿੰਟ ਦੇ ਰਿਹਾ ਹੈਗਾ ਤੁਸੀਂ ਨੋਟ ਡਾਊਨ ਕਰ ਲਓ। ਆਈ ਹੋਪ ਤੁਸੀਂ ਨੋਟ ਡਾਊਨ ਕਰ ਲਿਆ ਹੋਊਗਾ। ਨੈਕਸਟ ਐਗਜ਼ਾਮਪਲ ਵੀ ਦੇਖ ਲਓ। ਜਦੋਂ ਕੀ ਆ ਚੀਜ਼ਾਂ ਕੀ ਆ ਸੀਰੀਅਸ ਪੈਰਾ ਦਾ ਕੰਬੀਨੇਸ਼ਨ ਹੋਊਗਾ ਤੇ ਉਹਦੇ ਵਿੱਚ ਆਪਾਂ ਇੰਡੀਵਿਜੂਅਲ ਰਜਿਸਟੈਂਸ ਕੱਢਣੀ। RS ਦੀ ਵੈਲਿਊ ਕਿੰਨੀ ਦਿੱਤੀ ਹੈ 15 ਓਮ, RP ਦੀ ਵੈਲਿਊ ਕਿੰਨੀ ਦਿੱਤੀ ਹੈ 56/15 ਓਮ। ਇਹਦੇ ਵਿੱਚ ਆਪਾਂ ਕੀ ਕਰਨਾ ਹੈਗਾ ਆ ਇਹਦੇ ਵਿੱਚ ਆਪਾਂ ਜਿੱਦਾਂ ਪੈਰਲਲ ਦੇ ਵਿੱਚ ਜਿਹੜਾ ਰਜਿਸਟੈਂਸ ਸੀ R1 + R2 ਆਪਾਂ ਨੂੰ ਗਿਵਨ ਆ ਉਹਦੀ ਵੈਲਿਊ ਪੁੱਟ ਕਰ ਦੇਣੀ ਹੈ ਤੇ R1 ਤੇ R2 ਦੀ ਵੈਲਿਊ ਆ ਜਾਊਗੀ ਤੇ R2 ਦੀ ਵੈਲਿਊ ਕਿੰਨੀ ਹੈਗੀ 56/15 ਆ ਜਾਣੀ ਹੈਗੀ ਹੈ ਤੇ R1 ਦੀ ਵੈਲਿਊ ਕਿੰਨੀ ਆ ਜਾਣੀ ਹੈ ਇਹ ਥੋੜ੍ਹਾ ਲੰਬਾ ਡਿਪਲੋਮਾ ਦੇ ਲੈਵਲ ਦੇ ਵਿੱਚ ਨਹੀਂ ਆਊਗਾ ਤੁਹਾਨੂੰ ਕੁਐਸਚਨ ਆ ਵਾਲਾ। ਸਟੂਡੈਂਟਸ ਇਹਦੇ ਨਾਲ ਹੀ ਅੱਜ ਦਾ ਟੋਪਿਕ ਖਤਮ ਹੁੰਦਾ ਹੈ ਰਜਿਸਟੈਂਸ ਇਨ ਸੀਰੀਜ਼ ਐਂਡ ਪੈਰਲਲ ਦਾ। ਅਗਰ ਤੁਹਾਨੂੰ ਕੋਈ ਵੀ ਡਾਊਟ ਹੋਵੇ ਤਾਂ ਤੁਸੀਂ ਮੈਨੂੰ WhatsApp 'ਤੇ ਟੈਕਸਟ ਵੀ ਕਰ ਸਕਦੇ ਆ ਜਾਂ ਕਾਲ ਵੀ ਕਰ ਸਕਦੇ ਹੈਗੇ ਆ। ਅਤੇ ਕੋਸ਼ਿਸ਼ ਇਹ ਕਰਨੀ ਹੈਗੀ ਕਿ ਜਿਹੜੀ ਆਪਾਂ ਅੱਜ ਟੋਪਿਕ ਕੀਤਾ ਹੈਗਾ ਉਹਦੀ ਆਪਣੇ ਨੋਟਸ ਜ਼ਰੂਰ ਬਣਾ ਲੈਣੇ ਹੈਗੇ ਆ ਅਤੇ ਉਹਨੂੰ ਕਾਪੀ 'ਤੇ ਰਾਈਟ ਡਾਊਨ ਕਰ ਲਿਓ। ਅਤੇ ਅਗਰ ਕੋਈ ਵੀ ਤੁਹਾਨੂੰ ਪ੍ਰੋਬਲਮ ਆਵੇ ਤੁਸੀਂ ਮੇਰੇ ਤੋਂ ਪੁੱਛ ਸਕਦੇ ਹੈਗੇ। ਥੈਂਕ ਯੂ ਵੈਰੀ ਮਚ ਫੋਰ ਵਾਚਿੰਗ ਮਾਈ ਲੈਕਚਰ। ਨੈਕਸਟ ਲੈਕਚਰ